ਵੇਖਣ ਦੇ ਸੁਣਨ ਵਾਲੇ ਭਰਾ ਨੂੰ ਅਸਲਾਮ ਵਾਲੇਕੁਮ। ਸਾਡੇ ਚੈਨਲ ਦਾ ਨਾਮ ਹੈ ਸਾਲੇਪੁਰ ਗੋਟ ਫਾਰਮ। ਉਮੀਦ ਕਰਾਂ ਸਾਰੇ ਭਾਈ ਠੀਕ ਹੋਣਗੇ। ਅੱਛਾ ਦੋਸਤੋ, ਸਭ ਤੋਂ ਪਹਿਲਾਂ ਤਾਂ ਮਾਜ਼ਰਤ, ਕਿਉਂਕਿ ਕਾफ़ੀ ਦਿਨ ਬਾਅਦ ਮੈਂ ਵੀਡੀਓ ਬਣਾਉਣ ਲੱਗਾ ਮੈਂ ਦੁਬਾਰਾ। ਉਹਦੀ ਵਜ੍ਹਾ ਇਹ ਸੀ ਕਿ ਮੈਂ ਤਕਰੀਬਨ ਇੱਥੇ ਹੈ ਨਹੀਂ ਸੀ ਆਪਣੇ ਘਰ, ਮੈਂ ਕਿਤੇ ਬਾਹਰ ਗਿਆ ਹੋਇਆ ਸੀ। ਅਤੇ ਤਕਰੀਬਨ 2-3 ਦਿਨ ਬਾਅਦ ਮੈਂ ਤਕਰੀਬਨ ਵੀਡੀਓ ਅਪਲੋਡ ਕਰਨ ਲੱਗਾ, ਸ਼ਾਇਦ 4 ਦਿਨ ਬਾਅਦ। ਅਤੇ ਮੈਂ ਇੱਥੇ ਹੈ ਨਹੀਂ ਸੀ, ਮੈਂ ਕਿਤੇ ਗਿਆ ਹੋਇਆ ਸੀਗਾ। ਅਤੇ ਹੁਣ ਕੱਲ੍ਹ ਆਇਆ ਮੈਂ, ਅਤੇ ਤਕਰੀਬਨ 24 ਘੰਟੇ ਬਾਅਦ ਹੀ ਆਇਆ ਸੀ। ਕਹਿ ਲਓ ਕਿ ਸੋਮਵਾਰ ਵਾਲੇ ਦਿਨ ਨਾ ਮੈਂ ਗਿਆ ਸੀਗਾ ਇੱਥੋਂ, ਅਤੇ ਕੱਲ੍ਹ ਮੰਗਲ ਵਾਲੇ ਦਿਨ ਆ ਗਿਆ ਸੀ ਫਿਰ ਮੈਂ। ਅਤੇ ਤਕਰੀਬਨ ਕੋਈ 3 ਦਿਨ ਹੀ ਹੋ ਗਏ ਸਫਾਈ ਕੀਤਿਆਂ ਨੂੰ। ਸੋਮਵਾਰ ਵਾਲੇ ਦਿਨ ਸਫਾਈ ਕਰਕੇ ਗਿਆ ਸੀਗਾ, ਜਦੋਂ ਪਿੱਛੇ ਆਏ ਤਾਂ ਫਿਰ ਆਹੀ ਹਾਲ ਸੀਗਾ, ਤੁਸੀਂ ਦੇਖ ਸਕਦੇ ਹੋ। ਅਤੇ ਦੋਸਤੋ, ਗੱਲ ਕਰਨੀ ਸੀ ਆਪਾਂ ਅੱਜ ਜਿਹੜਾ ਬੱਕਰੀਆਂ ਨੂੰ ਆਪਾਂ ਚਾਰਾ ਦੇਈਦਾ ਸਬਜ਼, ਅਤੇ ਉਹਦੇ ਵਿੱਚ ਜਿਹੜੀ ਤੂੜੀ ਆ ਨਾ, ਤੁਸੀਂ ਉਹ ਲਾਜ਼ਮੀ ਮਿਕਸ ਕਰਕੇ ਦੇਣੀ ਆ। ਇਹਦੇ ਬਹੁਤ ਜ਼ਿਆਦਾ ਫਾਇਦੇ ਆ, ਕਿਉਂਕਿ ਅਗਰ ਤੁਸੀਂ ਜਾਨਵਰ ਨੂੰ ਇਸ ਤੋਂ ਬਾਅਦ ਇਕੱਲੀ ਤੂੜੀ ਵੀ ਪਾਓਗੇ ਨਾ, ਤਾਂ ਉਹਦਾ ਕੋਈ ਨੁਕਸਾਨ ਨਹੀਂ। ਜੇ ਆਪਾਂ ਯਕਦਮ ਖੁਰਾਕ ਜਾਨਵਰ ਦੀ ਚੇਂਜ ਕਰਦੇ ਆ ਨਾ, ਜਿਹੜਾ ETV ਆਂਤੜੀਆਂ ਦਾ ਜ਼ਹਿਰ ਜਿਹਨੂੰ ਕਿਹਾ ਜਾਂਦਾ, ਉਹਦਾ ਖਤਰਾ ਕੋਈ ਨਹੀਂ ਹੁੰਦਾ। ਅਗਰ ਤੁਸੀਂ ਯਕਦਮ ਜਦੋਂ ਖੁਰਾਕ ਚੇਂਜ ਕਰਦੇ ਆ ਨਾ, ਤਾਂ ਫਿਰ ਉਹਦਾ ਜਿਹੜਾ ਆਂਤੜੀਆਂ ਦਾ ਜ਼ਹਿਰ ਜਿਹਨੂੰ ETV ਕਿਹਾ ਜਾਂਦਾ ਵਾ, ਉਹ ਜਿਹੜਾ ਵਾ ਫਿਰ ਬੱਕਰੀਆਂ ਨੂੰ ਉਹ ਅਟੈਕ ਕਰ ਜਾਂਦੀ ਬਿਮਾਰੀ, ਅਤੇ ਜਾਨਵਰ ਸਾਡਾ ਅੱਲਾ ਨਾ ਕਰੇ ਜ਼ਾਇਆ ਵੀ ਹੋ ਜਾਂਦਾ। ਇਸ ਕਰਕੇ ਤੁਸੀਂ ਆਪਣੇ ਜਾਨਵਰਾਂ ਨੂੰ ਰੈਗੂਲਰ ਜਿਹੜੀ ਹੈ ਨਾ ਸਬਜ਼ ਚਾਰੇ ਦੇ ਵਿੱਚ ਤੁਸੀਂ ਆਪਣਾ ਦੇਵੋ, ਇਹਨੂੰ ਤੂੜੀ ਜਿਹੜੀ ਮਿਕਸ ਕਰਕੇ ਦੇਵੋ। ਅਤੇ ਇਹ ਹੁਣ ਜਿਹੜੇ ਪੱਠੇ ਸਾਹਮਣੇ ਸਾਡੀਆਂ ਬੱਕਰੀਆਂ ਖਾ ਰਹੀਆਂ ਨੇ ਤੁਹਾਡੇ ਸਾਹਮਣੇ, ਇਹ ਹੈਗਾ ਵਾ ਤਕਰੀਬਨ ਮੋਟੀ ਚਾਲ 'ਤੇ ਪੱਠੇ ਕੁਤਰੇ ਹੋਏ ਆ, ਅਤੇ ਉਹਦੇ ਵਿੱਚ ਹੀ ਮੈਂ ਜਿਹੜੀ ਹੈ ਨਾ ਇਹਨਾਂ ਨੂੰ ਤੂੜੀ ਮਿਕਸ ਕਰਕੇ ਦਿੱਤੀ ਆ। ਅਤੇ ਉਸ ਤੋਂ ਬਾਅਦ ਜਿਹੜਾ ਕਿ ਰੈਗੂਲਰ ਜਿਹੜੀ ਹੈ ਨਾ, ਮੈਂ ਹੁਣ ਸਬਜ਼ ਚਾਰਾ ਹੀ ਚਲਾ ਰਿਹਾ ਮੈਂ ਦੋਵੇਂ ਟਾਈਮ, ਸੁਬਾਹ ਵੀ ਸ਼ਾਮ ਵੀ ਇਹਨਾਂ ਨੂੰ ਸਿਰਫ ਸਬਜ਼ ਚਾਰਾ ਹੀ ਚੱਲ ਰਿਹਾ ਵਾ। ਨਾਲ ਜਿਹੜਾ ਖੁਸ਼ਕ ਚਾਰਾ ਸੀਗਾ, ਕਿਉਂਕਿ ਅੱਗੇ ਇੱਕ ਟਾਈਮ ਆਪਾਂ ਖੁਸ਼ਕ ਚਾਰਾ ਦੇਈਦਾ ਸੀਗਾ, ਇੱਕ ਟਾਈਮ ਦੇਈਦਾ ਸੀਗਾ ਸਬਜ਼ ਚਾਰਾ। ਇਸ ਕਰਕੇ ਹੁਣ 2 ਟਾਈਮ ਆਪਾਂ ਸਬਜ਼ ਚਾਰਾ ਹੀ ਕੀਤਾ। ਉਹਦੀ ਵਜ੍ਹਾ ਇਹੀ ਆ ਕਿ ਜਿਹੜਾ ਵਿੱਚ ਨਾ ਤੂੜੀ ਮਿਕਸ ਕਰ ਦੇਈਦੀ। ਹੁਣ ਜਿਹੜੀ ਆਪਾਂ ਇੱਕ ਟਾਈਮ ਤੂੜੀ ਲਹਿਦਾ ਪਾਈ ਦੀ ਸੀਗੀ, ਅਤੇ ਥੋੜ੍ਹੀ ਜਿਹੀ ਤੂੜੀ ਸਿਰਫ ਸਬਜ਼ ਚਾਰੇ ਦੇ ਵਿੱਚ ਮਿਕਸ ਕਰੀ ਦੀ ਸੀ, ਹੁਣ ਉਹ ਕੰਮ ਖਤਮ ਕਰਤਾ। ਹੁਣ ਦੋਵੇਂ ਟਾਈਮ ਸਬਜ਼ ਚਾਰਾ ਚੱਲਦਾ ਵਾ, ਵਿੱਚ ਆਪਾਂ ਤੂੜੀ ਮਿਕਸ ਕਰਕੇ ਨਾਲ ਦੇਈਦੀ ਆ। ਅਤੇ ਉਸ ਤੋਂ ਬਾਅਦ ਦੋਸਤਾਂ ਭਰਾਵਾਂ ਨੂੰ ਦੱਸਣਾ ਇਹ ਆ ਕਿ ਤੁਸੀਂ ਜਦੋਂ ਵੀ ਸਬਜ਼ ਚਾਰਾ ਆਪਣੇ ਜਾਨਵਰਾਂ ਨੂੰ ਪਾਓ, ਅਤੇ ਵਿੱਚ ਤੂੜੀ ਲਾਜ਼ਮੀ ਮਿਕਸ ਕਰਕੇ ਦੇਵੋ। ਇਹਦੇ ਬਹੁਤ ਜ਼ਿਆਦਾ ਫਾਇਦੇ ਆ। ਜਾਨਵਰ ਜਿਹੜਾ ਇੱਕ ਤਾਂ ਵਿੱਚ, ਕਿਉਂਕਿ ਤੂੜੀ ਜਿਹੜੀ ਆ ਤੁਹਾਨੂੰ ਪਤਾ ਖੁਸ਼ਕ ਹੁੰਦੀ ਆ, ਅਤੇ ਜਾਨਵਰ ਪਾਣੀ ਵੀ ਪੀ ਲੈਂਦਾ ਵਾ, ਨਹੀਂ ਤਾਂ ਸਰਦੀ ਵਿੱਚ ਜਾਨਵਰ ਪਾਣੀ ਬਹੁਤ ਜ਼ਿਆਦਾ ਘੱਟ ਪੀਂਦਾ। ਅੱਗੇ ਤਾਂ ਮੈਂ ਜਿਹੜਾ ਸ਼ੀਰਾ ਰਾਬ ਸੀ ਮੈਂ ਬਣਾਇਆ ਹੋਇਆ ਖੁਦ, ਅਤੇ ਉਹ ਪਾਣੀ ਦੇ ਵਿੱਚ ਮਿਕਸ ਕਰਕੇ ਜਾਨਵਰਾਂ ਨੂੰ ਦਿੰਦਾ ਰਿਹਾ। ਅਤੇ ਜਾਨਵਰ ਉਹਦੇ ਨਾਲ, ਕਿਉਂਕਿ ਪਾਣੀ ਦਾ ਜਿਹੜਾ ਜ਼ੈਕਾ ਉਹ ਚੇਂਜ ਹੋ ਜਾਂਦਾ ਸੀ, ਜਾਨਵਰ ਪਾਣੀ ਰੱਜ ਕੇ ਪੀ ਲੈਂਦਾ ਸੀਗਾ। ਉਹ ਵੀ ਮੇਰੇ ਕੋਲ ਹੁਣ ਤਕਰੀਬਨ ਖਤਮ ਹੋ ਗਿਆ, ਮੈਂ ਥੋੜ੍ਹਾ ਜਿਹਾ ਬਚਿਆ ਹੋਣਾ, ਅਤੇ ਉਹ ਵੀ ਮੈਂ ਤਕਰੀਬਨ ਘੱਟ ਜਿਹੜਾ ਇਸਤੇਮਾਲ ਕਰਵਾ ਰਿਹਾ, ਕਿਉਂਕਿ ਮੇਰੇ ਕੋਲ ਹੈ ਨਹੀਂ। ਹੁਣ ਦੁਬਾਰਾ ਮੈਂ ਬਣਾਵਾਂਗਾ ਅਤੇ ਉਹ ਵੀ ਦੋਸਤਾਂ ਨਾਲ ਸ਼ੇਅਰ ਕਰਾਂਗਾ। ਅਤੇ ਉਸ ਤੋਂ ਬਾਅਦ ਹੁਣ ਤੁਸੀਂ ਜਿਹੜਾ ਵਾ ਨਾ ਸਬਜ਼ ਚਾਰੇ ਦੇ ਵਿੱਚ ਤੂੜੀ ਮਿਕਸ ਕਰਨ ਦੇ ਫਾਇਦੇ ਸੁਣ ਲਓ। ਵੀ ਜਿਹੜੇ ਜਾਨਵਰ ਨੂੰ ਆਸਰਾ ਰਹਿੰਦਾ ਖੁਰਾਕ ਦਾ, ਕਿਉਂਕਿ ਜਿਹੜੀ ਖੁਰਾਕ ਆ ਨਾ ਜਾਨਵਰ ਦੇ ਪੇਟ 'ਚ ਥੋੜ੍ਹੀ ਦੇਰ ਮੌਜੂਦ ਰਹਿੰਦੀ ਆ ਕੁਛ ਟਾਈਮ ਲਈ, ਨਹੀਂ ਤਾਂ ਜਾਨਵਰ ਜਦੋਂ ਇਕੱਲਾ ਸਬਜ਼ ਖਾਂਦਾ ਵਾ, ਅਤੇ ਫਿਰ ਉਹ ਜਿਹੜੀ ਫੌਰਨ ਹੀ ਜਾਨਵਰ ਦਾ ਪੇਟ ਖਾਲੀ ਹੋ ਜਾਂਦਾ। ਉਹਦੀ ਵਜ੍ਹਾ ਇਹੀ ਕਿ ਜਾਨਵਰ ਪਿਸ਼ਾਬ ਜ਼ਿਆਦਾ ਕਰਦਾ ਵਾ, ਅਤੇ ਉਹ ਕਿਉਂਕਿ ਸਬਜ਼ ਚਾਰਾ ਜਿਹੜਾ ਵਾ ਬਰਸੀਮ ਹੈ, ਤੁਹਾਨੂੰ ਪਤਾ ਪਾਣੀ ਦੀ ਮਿਕਦਾਰ ਪਹਿਲਾਂ ਹੀ ਕਾਫੀ ਜ਼ਿਆਦਾ ਹੁੰਦੀ ਆ, ਅਤੇ ਇਸ ਕਰਕੇ ਜਿਹੜਾ ਵਾ ਸਬਜ਼ ਚਾਰਾ ਵਾ ਉਹ ਤਾਂ ਫੌਰਨ ਜਿਹੜਾ ਪੇਟ ਖਾਲੀ ਹੋ ਜਾਂਦਾ ਜਾਨਵਰ ਦਾ। ਅਤੇ ਫਿਰ ਨਾਲ ਤੁਸੀਂ ਇਸੇ ਵਜ੍ਹਾ ਤੋਂ ਨਾਲ ਜਿਹੜੀ ਤੂੜੀ ਆ ਨਾ, ਤੁਸੀਂ ਉਹ ਆਪਣੇ ਜਾਨਵਰ ਨੂੰ ਲਾਜ਼ਮੀ ਮਿਕਸ ਕਰੋ ਚਾਰੇ ਦੇ ਵਿੱਚ, ਜਾਨਵਰ ਨੂੰ ਦੇਵੋ, ਜਿਹਦੇ ਕਾਫੀ ਫਾਇਦੇ ਆ। ਅਤੇ ਜਾਨਵਰ ਦੀ ਸਿਹਤ 'ਤੇ ਵੀ ਕੋਈ ਅਸਰ ਨਹੀਂ ਪੈਂਦਾ, ਸਗੋਂ ਸਿਹਤ ਜਿਹੜੀ ਜਾਨਵਰ ਦੀ ਜ਼ਿਆਦਾ ਹੁੰਦੀ ਆ, ਜਾਨਵਰ ਸਿਹਤਮੰਦ ਰਹਿੰਦਾ, ਕਿਉਂਕਿ ਸਬਜ਼ ਚਾਰਾ ਅਤੇ ਖੁਸ਼ਕ ਚਾਰਾ ਦੋਵੇਂ ਇਕੱਠੇ ਖਾ ਰਿਹਾ ਹੁੰਦਾ। ਅਤੇ ਸੈਲਜ ਵੀ ਜਿਹੜਾ ਸੀਗਾ ਉਹ ਵੀ ਮੈਂ ਨਾਲ ਇਸਤੇਮਾਲ ਕਰਵਾ ਰਿਹਾ ਸੀਗਾ। ਤੁਹਾਨੂੰ ਦੱਸਿਆ ਸੀ ਭਰਾਵਾਂ ਨੂੰ, ਮੇਰੇ ਕੋਲ ਸੈਲਜ ਦਾ ਇੱਕ ਬੋਰਾ ਸੀਗਾ, ਉਹ ਵੀ ਮੈਂ ਥੋੜ੍ਹੀ ਮਿਕਦਾਰ ਵਿੱਚ ਨਾ ਦਿੰਦਾ ਮੈਂ ਨਾਲ ਸਬਜ਼ ਚਾਰੇ ਦੇ। ਟੋਟਲ ਸੈਲਜ ਨਹੀਂ ਪਾ ਰਿਹਾ। ਅਗਰ ਮੈਂ ਟੋਟਲ ਸੈਲਜ ਪਾਵਾਂ ਤਾਂ ਉਹਦੇ ਵਿੱਚ ਜਿਹੜੀ ਐਸਿਡਿਟੀ ਹੁੰਦੀ ਹੈ, ਜਿਹਨੂੰ ਆਪਾਂ ਫਾੜਾ ਕਹਿ ਦਿੰਦੇ ਹਾਂ, ਅਤੇ ਉਹ ਬੱਕਰੀ ਜਦੋਂ ਫਾੜਾ ਹੁੰਦਾ ਵਾ, ਅਤੇ ਫਿਰ ਬੱਕਰੀ ਜਿਹੜੀ ਸਾਡੀ ਮਿੰਟਾਂ ਦੇ ਵਿੱਚ ਹੱਥਾਂ 'ਚ ਆ ਜਾਂਦੀ ਆ। ਅਤੇ ਉਹ ਜਿਹੜੀ ਆਮ ਜਿਹੀ ਬਿਮਾਰੀ ਹੁੰਦੀ ਹੈ, ਲੇਕਿਨ ਉਹ ਬਹੁਤ ਜ਼ਿਆਦਾ ਖਤਰਨਾਕ ਆ। ਉਹ ਜਿਹੜੀ ਬਿਮਾਰੀ ਹੁੰਦੀ ਹੈ ਨਾ, ਅਕਸਰ ਸਾਨੂੰ ਪਤਾ ਵਾ ਜਾਨਵਰਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਜਾਂਦੀ ਆ। ਜਾਨਵਰ ਕੋਈ ਪੱਠੇ ਦੇ ਵਿੱਚ ਕੋਈ ਕੀੜਾ ਵਗੈਰਾ ਜਾਂ ਕੋਈ ਸੁੰਡੀ ਵਗੈਰਾ ਖਾ ਲਵੇ ਨਾ ਸਬਜ਼ ਚਾਰੇ ਦੇ ਵਿੱਚ, ਅਤੇ ਜਾਨਵਰ ਨੂੰ ਫਾੜਾ ਹੋ ਜਾਂਦਾ ਵਾ। ਅਤੇ ਜਿਹੜਾ ਤੁਹਾਨੂੰ ਇੱਕ ਦੇਸੀ ਤਰੀਕਾ ਅਤੇ ਦੇਸੀ ਟੋਟਕਾ ਦੱਸਾਂਗਾ ਫਾੜੇ ਦੇ ਵੀ, ਤੁਸੀਂ ਕਮੈਂਟ ਕਰੋ, ਤੁਹਾਨੂੰ ਇਨਸ਼ਾਅੱਲਾ ਉਹਦੇ 'ਤੇ ਵੀ ਆਪਾਂ ਵੀਡੀਓ ਬਣਾ ਕੇ ਦੱਸਾਂਗੇ। ਇਹਦੇ ਵੀ ਕਾਫੀ ਜ਼ਿਆਦਾ ਤਰੀਕੇ ਆ ਫਾੜੇ ਦੇ ਵੀ। ਇਹਦੇ ਇੰਜੈਕਸ਼ਨ ਹੈਗੇ ਆ, ਪਲਾਉਣ ਵਾਲਾ ਹੈਗਾ, ਲਾਉਣ ਵਾਲਾ ਹੈਗਾ ਮੈਨੂੰ ਲੱਗਦਾ, ਅਤੇ ਲਾਉਣ ਵਾਲਾ ਖੈਰ ਮੇਰੇ ਚੇਂਜ ਨਹੀਂ, ਲੇਕਿਨ ਪਲਾਉਣ ਵਾਲਾ ਹੈਗਾ ਵਾ। ਅਤੇ ਹੋਰ ਕਈ ਦੇਸੀ ਟੋਟਕੇ ਤੁਹਾਨੂੰ ਕਿ ਦੇਸੀ ਆ ਅਤੇ ਈਜ਼ੀ ਆ ਟੋਟਕਾ, ਜਿਹੜਾ ਹਰ ਬੰਦਾ ਇਸਤੇਮਾਲ ਕਰ ਸਕਦਾ, ਹਰ ਬੰਦੇ ਕੋਲ ਚੀਜ਼ ਹੁੰਦੀ ਆ। ਅਤੇ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਭਾਈ ਮੈਨੂੰ ਆਹ ਚੀਜ਼ ਨਹੀਂ ਮਿਲੀ, ਅਤੇ ਜਿਹਦੀ ਵਜ੍ਹਾ ਤੋਂ
ਮੇਰਾ ਵੀ ਜਾਨਵਰ ਜਿਹੜਾ ਜ਼ਾਇਆ ਹੋ ਗਿਆ ਸੀਗਾ। ਤੇ ਇਨਸ਼ਾਅੱਲਾ ਹਰ ਬੰਦੇ ਕੋਲ ਚੀਜ਼ ਘਰ ਮੌਜੂਦ ਹੋਏਗੀ ਤੇ ਜਿਹੜਾ ਉਹ ਆਪਣੇ ਜਾਨਵਰ ਨੂੰ ਇਸਤੇਮਾਲ ਕਰਵਾ ਸਕਦਾ। ਤੇ ਤੁਸੀਂ ਆਪਣੇ ਜਾਨਵਰਾਂ ਨੂੰ ਜਿਹੜਾ ਵਾ ਸਬਜ਼ ਚਾਰੇ ਦੇ ਵਿੱਚ ਤੂੜੀ ਵਗੈਰਾ ਲਾਜ਼ਮੀ ਇਸਤੇਮਾਲ ਕਰਵਾਓ। ਅੱਜ ਦੀ ਵੀਡੀਓ ਸਿਰਫ ਇਹਦੀ ਗੱਲ ਕਰਨੀ ਸੀਗੀ। ਤੇ ਇਨਸ਼ਾਅੱਲਾ ਹੁਣ ਜਿਹੜੀਆਂ ਮੈਂ ਰੈਗੂਲਰ ਵੀਡੀਓਜ਼ ਆਉਂਦੀਆਂ ਰਹਿਣਗੀਆਂ। ਤੇ ਤੁਸੀਂ ਵੀਰ ਮੇਰਾ ਨਾਲ ਕਮੈਂਟ ਕਰਿਆ ਕਰੋ ਵੀ ਤੁਹਾਨੂੰ ਕਿਸ ਟਾਪਿਕ 'ਤੇ ਜਿਹੜੀ ਵੀਡੀਓ ਚਾਹੀਦੀ ਆ। ਤੇ ਇਨਸ਼ਾਅੱਲਾ ਅਸੀਂ ਆਪਣੀ ਕੋਸ਼ਿਸ਼ ਕਰਾਂਗੇ ਤੁਹਾਨੂੰ ਈਜ਼ੀ ਤੋਂ ਈਜ਼ੀ ਉਹ ਟਾਪਿਕ ਜਿਹੜਾ ਸਮਝਾਇਆ ਜਾਵੇ, ਜਿਹੜਾ ਵੀ ਤੁਸੀਂ ਕਹੋਗੇ ਜੋ ਵੀ ਉਹਦੇ ਮੁਤਲਕ ਵੀ ਹੋਊਗੀ ਨਾ ਗੱਲਬਾਤ ਟੋਪਿਕ ਦੇ ਮੁਤਲਕ, ਤੇ ਇਨਸ਼ਾਅੱਲਾ ਅਸੀਂ ਉਹ ਭਰਾਵਾਂ ਤੱਕ ਜ਼ਰੂਰ ਪਹੁੰਚਾਵਾਂਗੇ। ਮਿਲਦੇ ਇਨਸ਼ਾਅੱਲਾ ਤਾਲਾ ਅਗਲੀ ਵੀਡੀਓ 'ਚ। ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।